ਅੱਗੇ ਪੜ੍ਹਦੇ ਹਾਂ ਜੀ। ਦੱਖਣ ਪੂਰਬੀ ਏਸ਼ੀਆ ਵਿੱਚ ਭਾਰਤੀ ਸੰਸਕ੍ਰਿਤੀ। ਦੱਖਣ ਪੂਰਬੀ ਏਸ਼ੀਆ ਦਾ ਸਾਊਥ ਈਸਟ, ਆਹ ਵਾਲਾ ਏਰੀਆ ਬਣਦਾ ਜੀ ਦੱਖਣ ਪੂਰਬੀ ਏਸ਼ੀਆ, ਸਾਊਥ ਈਸਟ ਏਸ਼ੀਆ। ਤੁਹਾਨੂੰ ਜੋਗਰਾਫੀ ਕਲੀਅਰ ਹੋਣੀ ਚਾਹੀਦੀ ਮਾਈਂਡ ਵਿੱਚ। ਦੇਖੋ ਤੇ ਜਿਹੜੇ ਤਾਂ ਹੈਗੇ ਆਹ ਵਾਲੇ ਦੇਸ਼, ਮਿਆਂਮਾਰ, ਥਾਈਲੈਂਡ ਵਗੈਰਾ, ਇਹਨਾਂ ਨੂੰ ਇੰਡੋ ਚਾਈਨਾ ਵੀ ਕਹਿ ਦਿੰਦੇ ਆ। ਇੰਡੋ ਚਾਈਨਾ ਵੀ ਇੰਡੀਆ ਅਤੇ ਚਾਈਨਾ ਦੇ ਨਾਲ ਲੱਗਦਾ ਖੇਤਰ। ਅਤੇ ਸਾਊਥ ਈਸਟ ਏਸ਼ੀਆ ਵਿੱਚ ਵੀ ਆਉਂਦੇ ਆ ਇਹ, ਅਤੇ ਪਰ ਮੇਨ ਆਹ ਵਾਲੇ ਦੇਸ਼ ਆਉਂਦੇ ਜੀ। ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਠੀਕ, ਬਰੂਨੀ, ਫਿਲੀਪਾਈਨਸ, ਤਾਈਵਾਨ, ਹੈ ਨਾ, ਇਹ ਸਾਰੇ ਕਿੱਧਰ ਆ ਗਏ? ਸਾਊਥ ਈਸਟ ਏਸ਼ੀਆ, ਦੱਖਣ ਪੂਰਬੀ ਏਸ਼ੀਆ। ਦੇਖ ਲਿਆ ਭੂਗੋਲ, ਦੇਖ ਲਿਆ ਆਪਾਂ। ਹੁਣ ਥੋੜ੍ਹਾ ਪੜ੍ਹਦੇ ਹਾਂ ਜੀ। ਭਾਰਤੀ ਸੰਸਕ੍ਰਿਤੀ ਨੇ ਦੱਖਣ ਪੂਰਬੀ ਏਸ਼ੀਆਈ ਖੇਤਰ ਵਿੱਚ ਆਪਣੇ ਪ੍ਰਭਾਵ ਨੂੰ ਵਧਾਇਆ ਸੀ, ਜਿਸ ਵਿੱਚ ਮਲਾਏ ਦੀਪ ਸਮੂਹ ਅਤੇ ਭਾਰਤੀ ਚੀਨ ਸ਼ਾਮਿਲ ਸਨ। ਆਹ ਹੈ ਜੀ, ਆਹ ਮਲੇਸ਼ੀਆ ਹੋ ਗਿਆ ਨਾ, ਇਹਨੂੰ ਕਹਿੰਦੇ ਮਲਾਇਆ ਦੀਪ ਸਮੂਹ, ਠੀਕ। ਅਤੇ ਆਹ ਹੈ ਭਾਰਤ ਚੀਨ, ਇੰਡੋ ਚਾਈਨਾ ਏਰੀਆ, ਆਹ ਸਾਰਾ ਏਰੀਆ ਸ਼ਾਮਿਲ ਹੋ ਗਿਆ ਇਹਦੇ ਵਿੱਚ, ਠੀਕ। ਇਹ ਬੰਗਾਲ ਦੀ ਖਾੜੀ ਦੇ ਪਾਰ ਸਥਿਤ ਹਨ। ਉਪਜਾਊ ਧਰਤੀ ਅਤੇ ਖਣਿਜਾਂ ਨਾਲ ਭਰਪੂਰ ਹੋਣ ਕਰਕੇ ਇਹਨਾਂ ਜ਼ਮੀਨਾਂ ਨੇ ਭਾਰਤੀਆਂ ਦਾ ਧਿਆਨ ਖਿੱਚਿਆ। ਇੱਥੇ ਕਾਫੀ ਧਰਤੀ ਉਪਜਾਊ ਸੀ, ਮਿਨਰਲਸ ਵੀ ਸੀਗੇ, ਖਣਿਜ ਵੀ ਸੀ, ਇਸ ਲਈ ਭਾਰਤੀ ਲੋਕਾਂ ਦਾ ਧਿਆਨ ਇੱਧਰ ਗਿਆ, ਭਾਰਤੀ ਰਾਜਿਆਂ ਦਾ ਵੀ ਧਿਆਨ ਇੱਧਰ ਗਿਆ। ਇਸ ਤੋਂ ਇਲਾਵਾ ਭਾਰਤ ਦੇ ਪੂਰਬੀ ਤੱਟ 'ਤੇ ਬਹੁਤ ਸਾਰੀਆਂ ਬੰਦਰਗਾਹਾਂ ਹਨ। ਈਸਟਰਨ ਕੋਸਟ 'ਤੇ, ਕੋਰੋਮੰਡਲ ਕੋਸਟ 'ਤੇ ਕਾਫੀ ਬੰਦਰਗਾਹਾਂ ਹਨ। ਉਸ ਪਹਿਲਾਂ ਵੀ ਸੀ, ਹੁਣ ਵੀ ਆ। ਤਾਂ ਇੱਥੋਂ ਕੀ ਆ, ਕਾਫੀ ਇੱਧਰ ਵਪਾਰ ਹੁੰਦਾ ਸੀ, ਬੰਦਰਗਾਹਾਂ ਤੋਂ ਸਮੁੰਦਰੀ ਜਹਾਜ਼ ਆਉਂਦੇ ਜਾਂਦੇ ਸੀ। ਭਾਰਤੀਆਂ ਨੇ ਇਹਨਾਂ ਧਰਤੀਆਂ ਲਈ ਅਕਸਰ ਯਾਤਰਾ ਕੀਤੀ, ਠੀਕ ਹੈ ਜੀ। ਪ੍ਰਾਚੀਨ ਪਰੰਪਰਾਵਾਂ ਵੀ ਸਵਰਨ ਭੂਮੀ ਮਤਲਬ ਸੋਨੇ ਦੀ ਧਰਤੀ, ਇਸ ਲਈ ਭਾਰਤੀ ਵਪਾਰੀਆਂ ਦੀਆਂ ਯਾਤਰਾਵਾਂ ਦਾ ਹਵਾਲਾ ਦਿੰਦੀਆਂ ਹਨ। ਪੁਰਾਣੀਆਂ ਜਿਹੜੀਆਂ ਮਹਾਨ ਰਚਨਾਵਾਂ ਆ, ਕਥਾਵਾਂ ਆ, ਅਤੇ ਪਰੰਪਰਾ ਵਿੱਚ ਵੀ ਇਹ ਜ਼ਿਕਰ ਆਉਂਦਾ ਆ ਕਿ ਇਹ ਏਰੀਆ, ਇਸ ਖੇਤਰ ਨੂੰ ਕਹਿੰਦੇ ਅਸੀਂ ਸਵਰਨ ਭੂਮੀ, ਸੋਨੇ ਦੀ ਧਰਤੀ, ਅਤੇ ਭਾਰਤੀ ਵਪਾਰੀ ਇੱਥੇ ਯਾਤਰਾ ਕਰਦੇ ਸੀ, ਜੋ ਆਮ ਤੌਰ 'ਤੇ ਪੂਰਬੀ ਏਸ਼ੀਆ ਦੇ ਸਾਰੇ ਦੇਸ਼ਾਂ ਨੂੰ ਕਿਹਾ ਜਾਂਦਾ ਹੈ। ਈਸਟਰਨ ਏਸ਼ੀਆ ਦੇ ਸਾਰੇ ਦੇਸ਼ਾਂ ਨੂੰ ਕੀ ਕਹਿੰਦੇ ਆ ਆਮ ਤੌਰ 'ਤੇ? ਸੋਨੇ ਦੀ ਧਰਤੀ, ਸਵਰਨ ਭੂਮੀ। ਸਾਊਥ ਈਸਟ ਏਸ਼ੀਆ ਦੇ ਦੇਸ਼ਾਂ ਦੇ ਨਾਲ ਫਿਰ ਇਹਦੇ ਵਿੱਚ ਤੁਸੀਂ ਕੋਰੀਆ ਅਤੇ ਜਾਪਾਨ ਦੇ ਦੇਸ਼ ਵੀ ਜੋੜ ਦਿਓ। ਉਹ ਕਿਹੜੇ ਦੇਸ਼ ਹੋ ਗਏ? ਈਸਟਰਨ ਏਸ਼ੀਆ। ਵੈਸੇ ਤਾਂ ਇਹ ਸਾਰੇ ਕੀ ਹੋ ਗਏ? ਪੂਰਬੀ ਏਸ਼ੀਆ, ਈਸਟਰਨ ਏਸ਼ੀਆ ਦੇ ਦੇਸ਼ ਕਹਿ ਸਕਦੇ ਇਹਨਾਂ ਨੂੰ, ਏਸ਼ੀਆ ਦਾ ਪੂਰਬ ਵਾਲਾ ਪਾਸਾ, ਠੀਕ। ਭਾਰਤੀਆਂ ਨੇ ਗੁਪਤ ਕਾਲ ਵਿੱਚ ਪੂਰਬੀ ਏਸ਼ੀਆ ਵਿੱਚ ਬਸਤੀ ਬਣਾਉਣਾ ਸ਼ੁਰੂ ਕੀਤਾ। ਗੁਪਤ ਕਾਲ ਤੋਂ ਹੀ ਅਸੀਂ ਇਸ ਏਰੀਏ ਵਿੱਚ ਕੀ ਆ, ਇਸ ਏਰੀਏ ਨੂੰ ਆਪਣੇ, ਇਸ ਖੇਤਰ ਨੂੰ ਆਪਣੇ ਕਾਬੂ ਵਿੱਚ ਲੈ ਲਿਆ, ਇੱਥੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇਸ ਨੂੰ, ਇਹਨਾਂ ਏਰੀਏ ਨੂੰ ਆਪਣੀਆਂ ਬਸਤੀਆਂ ਬਣਾ ਲਿਆ। ਬਸਤੀ ਮੀਨ ਕਲੋਨੀ। ਇਸ ਨੂੰ ਪੱਲਵਾਂ ਨੇ ਹੋਰ ਉਤਸ਼ਾਹਿਤ ਕੀਤਾ। ਪਹਿਲਾਂ ਗੁਪਤ ਕਾਲ ਵਿੱਚ ਗੁਪਤਾਸ ਨੇ, ਫਿਰ ਪੱਲਵਾਂ ਨੇ ਵੀ ਇੱਥੇ ਆਪਣਾ ਅਧਿਕਾਰ ਬਣਾਇਆ, ਤਾਂ ਬਾਅਦ ਵਿੱਚ ਚੋਲਾਂ ਨੇ ਵੀ ਇੱਥੇ ਰਾਜ ਸਥਾਪਿਤ ਕੀਤਾ। ਭਾਰਤੀ ਬਸਤੀਵਾਦੀਆਂ ਨੇ ਮਹਾਨ ਰਾਜ ਸਥਾਪਿਤ ਕੀਤੇ, ਵੱਡੇ ਵੱਡੇ ਰਾਜ ਇੱਥੇ ਸਥਾਪਿਤ ਕੀਤੇ, ਅਤੇ ਉਹਨਾਂ ਵਿੱਚੋਂ ਕੁਝ 1000 ਸਾਲ ਤੋਂ ਵੱਧ ਸਮੇਂ ਤੱਕ ਚੱਲੇ। ਏਡੇ ਵੱਡੇ, ਇੰਨੇ ਮਹਾਨ ਰਾਜ ਸਥਾਪਿਤ ਕੀਤੇ ਕਿ ਕੁਝ ਤਾਂ 1000 ਸਾਲ ਤੋਂ ਵੀ ਲੰਬੇ ਸਮੇਂ ਤੱਕ ਚੱਲੇ ਇੱਥੇ। ਇਹ ਏਰੀਏ ਵਿੱਚ ਤੁਸੀਂ ਦੇਖੋ ਕਿ ਭਾਰਤੀ ਕਲਚਰ ਦਾ ਕਾਫੀ ਪ੍ਰਭਾਵ ਆ। ਉੱਥੋਂ ਦੇ ਰਾਜੇ, ਉਹਨਾਂ ਦੇ ਰਾਜਿਆਂ ਦੇ ਨਾਂ, ਭਾਰਤੀ ਰਾਜਿਆਂ ਦੇ ਨਾਂ, ਉਹਨਾਂ ਦੇ ਸਰਨੇਮ ਬਰਾਬਰ ਹੁੰਦੇ ਸੀ, ਮੇਨ ਸੇਮ ਜਿਹੇ ਹੁੰਦੇ ਸੀ। ਬਰਮਨ ਉੱਥੇ ਵੀ ਮਿਲਦੇ ਆ, ਇੱਥੇ ਵੀ ਮਿਲਦੇ ਆ। ਕਾਸਟ ਸਿਸਟਮ ਮਿਲਦਾ ਉੱਧਰ, ਬਾਕੀ ਰੀਤੀ ਰਿਵਾਜ ਵੀ, ਹੈ ਨਾ, ਮਹਾਭਾਰਤ, ਰਾਮਾਇਣ, ਇਹ ਵੀ ਚੀਜ਼ਾਂ ਪਾਈਆਂ ਜਾਂਦੀਆਂ ਉੱਧਰ ਵੀ ਅਤੇ ਇੱਧਰ ਵੀ। ਭਾਰਤੀ ਨਾਵਾਂ ਵਾਲੇ ਕਈ ਰਾਜਵੰਸ਼ਾਂ ਨੇ ਵੱਖ-ਵੱਖ ਹਿੱਸਿਆਂ ਵਿੱਚ ਰਾਜ ਕੀਤਾ। 15ਵੀਂ ਸਦੀ ਵਿੱਚ ਇਸਲਾਮ ਦੇ ਆਉਣ ਤੱਕ ਇਸ ਖੇਤਰ ਵਿੱਚ ਭਾਰਤੀ ਸੱਭਿਆਚਾਰ ਦਾ ਦਬਦਬਾ ਰਿਹਾ, ਠੀਕ। ਥੋੜ੍ਹਾ ਪੜ੍ਹ ਲੈਂਦੇ ਜੀ ਹੁਣ ਦੇਸ਼ਾਂ ਦੇ ਹਿਸਾਬ ਨਾਲ। ਪਹਿਲਾਂ ਹੈ ਜੀ ਕੰਬੋਡੀਆ, ਜਿਹਨੂੰ ਕੰਬੋਜ ਵੀ ਕਹਿੰਦੇ ਆ। ਤੁਸੀਂ ਨਾ ਉਸੇ ਵੇਲੇ ਆਹ ਨਕਸ਼ਾ ਦੇਖ ਲੈਣਾ ਜੀ, ਕਿੱਥੇ ਆ ਕੰਬੋਡੀਆ। ਆਹ ਦੇਖ ਲਓ, ਆਹ ਕੰਬੋਡੀਆ ਆ। ਤੁਹਾਨੂੰ ਨਾ ਜੋਗਰਾਫੀ ਵਿੱਚ, UPSC ਪ੍ਰੀ ਵਿੱਚ ਮੈਪ ਵੀ ਆਉਣੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਾਰਤ ਦੇ ਨਾਲ ਕਿਹੜਾ ਆ, ਹੈ ਨਾ, ਮਿਆਂਮਾਰ, ਉਹਦੇ ਨਾਲ ਕੀ ਆ, ਥਾਈਲੈਂਡ, ਲਾਓਸ, ਠੀਕ, ਕੰਬੋਡੀਆ, ਵੀਅਤਨਾਮ, ਕਿੱਦਾਂ ਦੇਸ਼ ਸਥਿਤ ਆ।
ठीक है जी। पढ़ते हैं जी थोड़ा। ਕੰਬੋਡੀਆ। ਕੰਬੋਡੀਆ ਨੂੰ ਪਹਿਲੀ ਸਦੀ ਵਿੱਚ ਭਾਰਤੀਆਂ ਦੁਆਰਾ ਅਧੀਨ ਕੀਤਾ ਗਿਆ ਸੀ। ਇੱਥੇ ਅਸੀਂ ਕੀ ਆ ਜਿੱਤ ਪ੍ਰਾਪਤ ਕੀਤੀ। ਸ਼ਾਸਕ ਰਾਜਵੰਸ਼ ਨੂੰ ਕੰਬੋਜਾ ਵਜੋਂ ਜਾਣਿਆ ਜਾਂਦਾ ਸੀ ਅਤੇ ਉਹਨਾਂ ਦਾ ਦੇਸ਼ ਕੰਬੋਜ ਜਾਂ ਆਧੁਨਿਕ ਕੰਬੋਡੀਆ ਸੀ। ਉਸ ਵੇਲੇ ਕੰਬੋਜ ਕਿਹਾ ਜਾਂਦਾ ਸੀ ਤੇ ਅੱਜ ਦੇ ਟਾਈਮ ਵਿੱਚ ਕੰਬੋਡੀਆ ਕਿਹਾ ਜਾਂਦਾ ਹੈ। ਮੁੱਢਲੇ ਸ਼ਾਸਕਾਂ ਦੇ ਅਧੀਨ ਸ਼ੈਵਵਾਦ ਅਤੇ ਵੈਸ਼ਨਵ ਧਰਮ ਨੇ ਨਿਰੰਤਰ ਤਰੱਕੀ ਕੀਤੀ। ਦੇਖੋ ਸਾਰੇ ਧਰਮ ਜਿਹੜੇ ਹੈ ਨਾ ਹਿੰਦੂ ਧਰਮ ਦੇ ਸ਼ਿਵ ਜੀ ਸ਼ੈਵਾਈਟ ਤੇ ਵੈਸ਼ਨਵਾਈਟ, ਸ਼ੈਵਵਾਦ ਸ਼ਿਵ ਜੀ ਨੂੰ ਮੰਨਣ ਵਾਲੇ, ਵੈਸ਼ਨਵਾਦ ਵਿਸ਼ਨੂੰ ਨੂੰ ਮੰਨਣ ਵਾਲੇ ਤੇ ਬੋਧੀ ਬੁੱਧਿਸਟ, ਇਹਨਾਂ ਸਾਰਿਆਂ ਨੇ ਉੱਥੇ ਤਰੱਕੀ ਕੀਤੀ। ਇੱਥੇ ਇੱਕ ਨਾ ਮੰਦਿਰ ਆ ਜੀ ਅੰਗਕੋਰਵਟ ਮੰਦਿਰ। ਅੰਗਕੋਰਵਟ ਮੰਦਿਰ ਆ, ਕਾਫੀ ਫੇਮਸ। ਪੜ੍ਹਦੇ ਹਾਂ ਅਸੀਂ ਪਹਿਲਾਂ ਆ ਥੋੜ੍ਹਾ ਹੋਰ ਦੇਖ ਲੈਂਦੇ ਹਾਂ। ਕੰਬੋਜ ਸਾਮਰਾਜ ਵਿੱਚ ਲਾਓਸ, ਸਿਆਮ, ਬਰਮਾ ਦਾ ਹਿੱਸਾ ਅਤੇ ਮਲਾਏ ਪ੍ਰਾਇਦੀਪ ਸ਼ਾਮਿਲ ਸਨ। ਕੰਬੋਜ ਇਹ ਸਾਰੇ ਤੁਹਾਡਾ ਨਾ ਅੱਜ ਦਾ ਮਿਆਂਮਾਰ, ਬਰਮਾ, ਲਾਓਸ ਇਹ ਸਾਰੇ ਏਰੀਆ ਉਹਦੇ ਵਿੱਚ ਆਏ ਸੀ। ਬਹੁਤ ਸਾਰੇ ਸੰਸਕ੍ਰਿਤ ਸ਼ਿਲਾਲੇਖ ਸਾਨੂੰ ਇਸ ਦੇ ਰਾਜਿਆਂ ਦਾ ਵਿਸਤ੍ਰਿਤ ਇਤਿਹਾਸ ਦੱਸਦੇ ਹਨ। ਉੱਥੇ ਕਈ ਸ਼ਿਲਾਲੇਖ ਮਿਲੇ ਆ ਜਿਹੜੇ ਸੰਸਕ੍ਰਿਤ ਵਿੱਚ ਲਿਖੇ ਗਏ ਆ ਤੇ ਸਾਨੂੰ ਉੱਥੋਂ ਦੀ ਹਿਸਟਰੀ ਦਾ ਪਤਾ ਲੱਗਦਾ। ਕਈ ਹਿੰਦੂ ਸਾਹਿਤਕ ਰਚਨਾਵਾਂ ਜਿਵੇਂ ਵੇਦ, ਰਾਮਾਇਣ, ਮਹਾਭਾਰਤ, ਪਾਣਿਨੀ ਦਾ ਵਿਆਕਰਨ, ਹਿੰਦੂ ਦਾਰਸ਼ਨਿਕ ਗ੍ਰੰਥ, ਫਿਲਾਸਫੀਕਲ ਗ੍ਰੰਥ, ਇਹਨਾਂ ਸਭ ਬਾਰੇ ਕੰਬੋਡੀਆ ਦੇ ਲੋਕਾਂ ਨੂੰ ਜਾਣਕਾਰੀ ਸੀ। ਉਹਨਾਂ ਪਤਾ ਸੀ ਲੋਕਾਂ ਨੂੰ, ਆਮ ਜਨਤਾ ਨੂੰ ਰਾਮਾਇਣ ਕੀ ਆ, ਮਹਾਭਾਰਤ ਕੀ ਆ, ਆਹ ਸਾਰਾ ਸਾਹਿਤ ਉਹਨਾਂ ਨੂੰ ਪਤਾ ਸੀ। ਇਹਦਾ ਮਤਲਬ ਇੰਨਾ ਪ੍ਰਭਾਵ ਸੀ, ਲਿਟਰੇਚਰ ਦਾ ਵੀ ਇੰਨਾ ਪ੍ਰਭਾਵ ਸੀ। ਪੱਲਵ ਰਾਜਿਆਂ ਵਾਂਗ ਉਹਨਾਂ ਨੂੰ ਵੀ ਵਰਮਨ ਕਿਹਾ ਜਾਂਦਾ ਸੀ। ਆਪਾਂ ਪੜ੍ਹਿਆ ਪੱਲਵ ਰਾਜੇ, ਮਹਿੰਦਰ ਵਰਮਨ, ਨਰਸਿੰਹ ਵਰਮਨ। ਉਸ ਹਿਸਾਬ ਨਾਲ ਇਸ ਏਰੀਏ ਦੇ ਰਾਜਿਆਂ ਨੂੰ ਵੀ ਵਰਮਨ ਕਿਹਾ ਜਾਂਦਾ ਸੀ। ਸਰਨੇਮ ਵਰਮਨ ਸੀ। ਯਸ਼ੋ ਵਰਮਨ ਅਤੇ ਸੂਰਿਆ ਵਰਮਨ ਦੋ ਮਸ਼ਹੂਰ ਸ਼ਾਸਕ ਸਨ। ਇਹ ਐਗਜ਼ਾਮਪਲ ਹੋ ਗਈ, ਤੁਸੀਂ ਬਹੁਤਾ ਯਾਦ ਨਹੀਂ ਕਰਨਾ, ਨਾਮ ਇੰਨੇ ਵੱਡੇ ਵੱਡੇ, ਵੈਸੇ ਉਦਾਹਰਨ ਲਈ ਆ ਜੀ, ਅੰਡਰਸਟੈਂਡਿੰਗ ਲਈ ਆ। ਮੰਦਿਰ ਦੱਖਣੀ ਭਾਰਤੀ ਸ਼ੈਲੀ ਵਿੱਚ ਬਣਾਏ ਗਏ ਸਨ। ਕਿਹੜੇ? ਦ੍ਰਾਵਿਡੀਅਨ ਸਟਾਈਲ। ਉਸ ਵਿੱਚ ਇੱਥੇ ਸੰਸਕ੍ਰਿਤ ਦੇ ਬਹੁਤ ਸਾਰੇ ਸ਼ਿਲਾਲੇਖ ਵੀ ਮਿਲੇ ਹਨ। ਠੀਕ ਹੈ ਜੀ। ਮੰਦਿਰਾਂ ਵਿੱਚ ਵੀ ਕਾਫੀ ਸ਼ਿਲਾਲੇਖ ਆ, ਕਾਫੀ ਕੁਛ ਲਿਖਿਆ ਸੀ, ਕਾਫੀ ਕੁਛ ਉਕਰਿਆ ਸੀ। ਇਹਨਾਂ ਮੰਦਿਰਾਂ ਵਿੱਚੋਂ ਸਭ ਤੋਂ ਮਸ਼ਹੂਰ ਵਿਸ਼ਨੂੰ ਦਾ ਮੰਦਿਰ ਜਾਂ ਵੱਟ ਸੀ। ਉੱਥੇ ਮੰਦਿਰ ਨੂੰ ਵੱਟ ਕਹਿੰਦੇ ਆ, ਵੱਟ, ਜੋ ਸੂਰਿਆ ਵਰਮਨ II ਦੁਆਰਾ ਉਸਦੀ ਰਾਜਧਾਨੀ ਅੰਗਕੋਰ ਵਿੱਚ ਬਣਾਇਆ ਗਿਆ ਸੀ। ਰਾਜਧਾਨੀ ਅੰਗਕੋਰ ਵਿੱਚ ਬਣਾਇਆ ਗਿਆ ਸੀ। ਕੀ ਸੀ? ਵੱਟ। ਤੇ ਇਸ ਲਈ ਇਹਨੂੰ ਆਮ ਤੌਰ ਤੇ ਅੰਗਕੋਰਵਟ ਮੰਦਿਰ ਕਿਹਾ ਜਾਂਦਾ ਹੈ। ਅੰਗਕੋਰਵਟ, ਵੱਟ ਹੋ ਗਿਆ ਮੰਦਿਰ, ਅੰਗਕੋਰ ਹੋ ਗਿਆ ਸ਼ਹਿਰ ਦਾ ਨਾਂ। ਠੀਕ। ਇਹ ਕੀ ਹੈ ਜੀ? ਵਿਸ਼ਨੂੰ ਦਾ ਮੰਦਿਰ ਹੈ ਇਹ। ਠੀਕ ਹੈ ਜੀ। ਆਹ ਦੇਖ ਲਓ ਜੀ, ਅੰਗਕੋਰਵਟ ਇਸ ਤਰ੍ਹਾਂ ਦਾ ਸੀ, ਕਾਫੀ ਵੱਡਾ ਆ। ਆਹ ਇੱਕ ਵੱਡੀ ਜਿਹੀ ਸਲੈਬ ਆ। ਠੀਕ। ਉਹ ਸਲੈਬ ਦੇ ਉੱਤੇ ਫਿਰ ਮੰਦਿਰ ਬਣਾਇਆ ਗਿਆ। ਇਹ ਛੱਤ ਵਾਲੇ ਢਾਂਚੇ ਦੇ ਸਿਖਰ ਤੇ ਖੜਾ ਹੈ। ਆਹ ਇੱਕ ਛੱਤ ਆ ਜੀ, ਆਹ ਢਾਂਚੇ ਦੀ ਛੱਤ ਆ, ਉਹਦੇ ਉੱਤੇ ਖੜਾ ਜੀ ਮੰਦਿਰ। ਹਰ ਛੱਤ ਇੱਕ ਟੱਕੀ ਹੋਈ ਗੈਲਰੀ ਵਾਂਗ ਹੈ ਜਿਸ ਵਿੱਚ ਬਹੁਤ ਸਾਰੀਆਂ ਮੂਰਤੀਆਂ ਬਣੀਆਂ ਹਨ। ਹਰੇਕ ਸਟੋਰੀ ਤੇ ਮੂਰਤੀਆਂ ਬਣੀਆਂ। ਮੰਦਿਰ ਦਾ ਨਿਰਮਾਣ ਦਰਾਵਿੜ ਸ਼ੈਲੀ ਤੇ ਕੀਤਾ ਗਿਆ ਹੈ ਅਤੇ ਮੂਰਤੀਆਂ ਰਾਮਾਇਣ ਅਤੇ ਮਹਾਭਾਰਤ ਦੇ ਕਿੱਸਿਆਂ ਨੂੰ ਦਰਸਾਉਂਦੀਆਂ ਹਨ। ਮੂਰਤੀਆਂ ਉੱਤੇ ਕਿਹੜੇ ਸੀਨ ਬਤੇ ਆ? ਮਹਾਭਾਰਤ ਤੇ ਰਾਮਾਇਣ ਦੇ ਸੀਨ ਆ ਜੀ, ਦ੍ਰਿਸ਼ ਆ। ਅੱਗੇ ਗੱਲ ਕਰਦੇ ਹਾਂ ਜੀ ਸਿਆਮ ਦੀ। ਸਿਆਮ ਜਾਂ ਥਾਈਲੈਂਡ, ਅੱਜ ਦੇ ਸਮੇਂ ਦਾ ਥਾਈਲੈਂਡ। ਸਿਆਮ ਵਿੱਚ ਭਾਰਤੀ ਸੰਸਕ੍ਰਿਤੀ ਦਾ ਪਾਲਣ ਕਰਨ ਵਾਲੇ ਕਈ ਰਾਜ ਸਨ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉੱਥੇ ਵੀ ਜਿਸ ਤਰ੍ਹਾਂ ਅਸੀਂ ਨਮਸਕਾਰ ਕਰਦੇ ਹਾਂ, ਉਹ ਵੀ ਨਮਸਕਾਰ ਕਰਦੇ ਆ। ਥਾਈ ਲਿਪੀ ਨੂੰ ਭਾਰਤੀ ਵਿਦਵਾਨਾਂ ਦੀ ਮਦਦ ਨਾਲ ਵਿਕਸਿਤ ਕੀਤਾ ਗਿਆ ਸੀ। ਥਾਈ ਲਿਪੀ ਇੰਡੀਅਨ ਸਕਾਲਰ ਦੀ ਹੈਲਪ ਨਾਲ ਬਣਾਈ ਗਈ। ਉਸ ਦੇਸ਼ ਦੇ ਪਰੰਪਰਾਗਤ ਕਾਨੂੰਨ ਧਰਮ ਸ਼ਾਸਤਰਾਂ ਦੇ ਮਾਡਲ ਉੱਤੇ ਰਚੇ ਗਏ ਸਨ। ਸਾਡੇ ਇਸ ਤੇ ਭਾਰਤ ਵਿੱਚ ਜਿਸ ਤਰ੍ਹਾਂ ਆਮ ਰਹਿਣੀ ਬਹਿਣੀ ਦੇ ਕਾਨੂੰਨ ਹੁੰਦੇ ਸੀ ਧਰਮ ਸ਼ਾਸਤਰਾਂ ਵਿੱਚ, ਵੀ ਪੁੱਤਰ ਦਾ ਕੀ ਧਰਮ ਆ, ਪਿਤਾ ਦਾ ਕੀ ਧਰਮ ਆ, ਠੀਕ ਹੈ, ਗ੍ਰਹਿਣੀ ਦਾ ਕੀ ਧਰਮ ਆ। ਉਸ ਹਿਸਾਬ ਨਾਲ ਇੱਕ ਇਨਸਾਨ ਦੇ ਇੱਕ ਜੀਵਨ ਵਿੱਚ ਅਲੱਗ ਅਲੱਗ ਪੜਾਅ ਤੇ ਕੀ ਧਰਮ ਆ, ਗ੍ਰਹਿਸਥ ਧਰਮ ਹੈ ਨਾ, ਸੰਨਿਆਸੀ ਧਰਮ, ਇਸ ਤਰ੍ਹਾਂ ਦੇ। ਉਹ ਸਭ ਤੋਂ ਪਹਿਲਾਂ ਬ੍ਰਹਮਚਾਰੀ ਧਰਮ। ਠੀਕ। ਇਸ ਹਿਸਾਬ ਨਾਲ ਇੱਕ ਕਸ਼ਤਰੀ ਦਾ ਆਪਣਾ ਧਰਮ ਆ, ਬ੍ਰਾਹਮਣ ਦਾ ਆਪਣਾ ਧਰਮ ਆ। ਇਹ ਸਾਰੇ ਕੀ ਆ? ਸਾਡੇ ਧਰਮ ਸ਼ਾਸਤਰਾਂ ਵਿੱਚ ਗੱਲਾਂ ਲਿਖੀਆਂ ਗਈਆਂ ਆ। ਤੇ ਉਸ ਦੇਸ਼ ਦੇ ਵਿੱਚ ਵੀ, ਥਾਈਲੈਂਡ ਵਿੱਚ ਵੀ, ਉਹਨਾਂ ਦੇ
ਟ੍ਰੈਡੀਸ਼ਨਲ ਕਾਨੂੰਨ ਆ ਨਾ ਉਹ ਵੀ ਧਰਮ ਸ਼ਾਸਤਰਾਂ ਦੇ ਮਾਡਲ ਉੱਤੇ ਹੀ ਰਚੇ ਗਏ ਹਨ। ਠੀਕ। ਬੈਂਕਾਕ ਦੇ ਮੰਦਿਰਾਂ ਵਿੱਚ ਰਾਮਾਇਣ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਮੂਰਤੀਆਂ ਹਨ। ਠੀਕ। ਉੱਥੇ ਰਾਮਾਇਣ ਦੇ ਦ੍ਰਿਸ਼ ਪੇਸ਼ ਕਰਦੀਆਂ ਕਈ ਮੂਰਤੀਆਂ ਦੇਖੀਆਂ ਜਾ ਸਕਦੀਆਂ। ਰਾਮਾਇਣ ਤੇ ਮਹਾਭਾਰਤ ਦਾ ਤਾਂ ਕਾਫੀ ਪ੍ਰਭਾਵ ਸੀ ਹੀ ਸੀ। ਅੱਗੇ ਗੱਲ ਆਉਂਦੀ ਜੀ ਸੁਮਾਤਰਾ ਅਤੇ ਜਾਵਾ। ਜਿਹੜਾ ਅੱਜ ਦਾ ਤੁਹਾਡਾ ਇੰਡੋਨੇਸ਼ੀਆ ਆ ਉਹਦਾ ਇੱਕ ਹਿੱਸਾ ਹੁੰਦਾ ਸੀ ਜੀ ਸੁਮਾਤਰਾ, ਦੂਸਰਾ ਸੀ ਜਾਵਾ। ਸਿੰਪਲ ਅਸੀਂ ਇੰਡੋਨੇਸ਼ੀਆ ਵੀ ਕਹਿ ਸਕਦੇ ਹਾਂ। ਇੱਥੇ ਗੱਲਾਂ ਕਰ ਲੈਂਦੇ ਜੀ ਕੀ ਸੀਗਾ। ਮਾਲੇ ਦੀਪ ਸਮੂਹ ਭਾਰਤ ਅਤੇ ਦੂਰ ਪੂਰਬ ਦੇ ਵਿਚਕਾਰ ਇੱਕ ਮਹੱਤਵਪੂਰਨ ਲਿੰਕ ਰਿਹਾ ਹੈ। ਦੇਖੋ ਇੱਥੇ ਇੰਡੀਆ ਮੰਨ ਲਓ, ਇੱਥੇ ਕੀ ਆ ਸੁਮਾਤਰਾ, ਜਾਵਾ, ਇੱਥੇ ਕੀ ਆ ਜਾਪਾਨ ਵਗੈਰਾ। ਹੁਣ ਜਦੋਂ ਅਸੀਂ ਜਾਪਾਨ ਵੱਲ ਨੂੰ ਜਾਣਾ ਆ ਸਮਾਨ ਲੈ ਕੇ ਵਪਾਰ ਕਰਨ, ਤਾਂ ਰਾਹ ਵਿੱਚ ਇੰਡੋਨੇਸ਼ੀਆ ਸੁਮਾਤਰਾ, ਜਾਵਾ ਦੇ ਟਾਪੂਆਂ ਤੋਂ ਹੁੰਦੇ ਹੋਏ ਸਾਡੇ ਜਹਾਜ਼ ਜਾਂਦੇ ਸੀ। ਤਾਂ ਇਹ ਕੀ ਆ ਇੱਕ ਪ੍ਰਕਾਰ ਦਾ ਲਿੰਕ ਹੋ ਗਿਆ ਨਾ ਪੂਰਬ ਤੱਕ ਦਾ। ਠੀਕ ਹੈ ਜੀ। 5ਵੀਂ ਤੋਂ 15ਵੀਂ ਸਦੀ ਈਸਵੀ ਦੇ ਵਿਚਕਾਰ ਇੱਥੇ ਕਈ ਹਿੰਦੂ ਰਾਜ ਮੌਜੂਦ ਸਨ। ਹਿੰਦੂ ਰਾਜ ਵੀ ਹੋਏ। ਸੁਮਾਤਰਾ ਦੇ ਵੱਡੇ ਟਾਪੂ ਵਿੱਚ ਸਭ ਤੋਂ ਮਹੱਤਵਪੂਰਨ ਹਿੰਦ ਰਾਜ ਸੀ ਸ਼੍ਰੀ ਵਿਜੇ ਦਾ। ਸੁਮਾਤਰਾ ਦੇ ਵੱਡੇ ਟਾਪੂ ਵਿੱਚ ਸਭ ਤੋਂ ਮਹੱਤਵਪੂਰਨ ਹਿੰਦ ਰਾਜ ਸੀ ਸ਼੍ਰੀ ਵਿਜੇ ਇੱਥੋਂ ਦਾ ਵੱਡਾ ਮੇਨ ਰਾਜਾ ਹੋਇਆ ਸੁਮਾਤਰਾ ਦਾ। ਐਸ ਤੋਂ ਸੁਮਾਤਰਾ, ਐਸ ਤੋਂ ਸ਼੍ਰੀ ਵਿਜੇ। ਠੀਕ। ਇਹ 7ਵੀਂ ਸਦੀ ਵਿੱਚ ਵਪਾਰ ਅਤੇ ਸੱਭਿਆਚਾਰ ਦਾ ਇੱਕ ਮਹਾਨ ਕੇਂਦਰ ਸੀ। ਟ੍ਰੇਡ ਐਂਡ ਕਲਚਰ ਦਾ ਮੇਨ ਕੇਂਦਰ। ਦੇਖੋ ਤੁਸੀਂ ਨਾ ਬਹੁਤੀਆਂ ਜ਼ਿਆਦੀਆਂ ਗੱਲਾਂ ਇੱਕ ਦੇਸ਼ ਦੇ ਹਿਸਾਬ ਨਾਲ ਸ਼ਾਇਦ ਨਾ ਯਾਦ ਰੱਖ ਪਾਓ। ਮੋਟਾ ਯਾਦ ਰੱਖ ਲਿਓ ਕਿ ਇਸ ਏਰੀਏ ਵਿੱਚ ਰਾਮਾਇਣ ਮਹਾਭਾਰਤ ਪ੍ਰਚਲਿਤ ਸੀ, ਹੈ ਨਾ। ਇੱਥੇ ਕਈ ਸਾਮਰਾਜ ਹੋਏ ਆ, ਉਹ ਆਪਣੇ ਹਿੰਦੂ ਧਰਮ ਦੇ ਹਿੰਦੂ ਰਾਜਿਆਂ ਦੇ ਭਾਰਤ ਦੇ ਰਾਜਿਆਂ ਦੇ ਹਿਸਾਬ ਨਾਲ ਹੀ ਉਹਨਾਂ ਦਾ ਕਲਚਰ ਸੀ, ਸੱਭਿਆਚਾਰ ਸੀ, ਉਹਨਾਂ ਦੇ ਨਾਮ ਸੀ। ਇਹ ਗੱਲਾਂ ਨਾ ਕਾਮਨ ਜਿਹੀਆਂ ਲਿਖ ਦਿਓ। ਹਾਂ ਜਿਹੜੇ ਮੇਨ ਮੰਦਿਰ ਆ, ਅੰਗਕੋਰ ਵਟ ਕਿੱਥੇ ਆ, ਬੋਰੋਬੁਦਰ ਕਿੱਥੇ ਆ, ਉਹ ਯਾਦ ਕਰ ਲਿਓ। ਹਰ ਕੋਈ ਚੀਜ਼ ਡਿੱਟੋ ਯਾਦ ਨਹੀਂ ਕਰਨੀ, ਮੋਟਾ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ। ਤਾਂ ਇਸ ਏਰੀਏ ਵਿੱਚ ਇੱਕ ਵੱਡਾ ਸਾਮਰਾਜ ਹੋਇਆ ਆ ਕਿਹਦੇ ਅੰਡਰ? ਸ਼੍ਰੀ ਵਿਜੇ। ਠੀਕ ਹੈ ਜੀ। ਸ਼੍ਰੀ ਵਿਜੇ ਹਿੰਦ ਰਾਜ ਸ਼੍ਰੀ ਵਿਜੇ ਸੀ। ਠੀਕ ਹੈ ਜੀ। ਸ਼੍ਰੀ ਵਿਜੇ। ਇਸ ਤੋਂ ਬਾਅਦ ਸ਼੍ਰੀ ਵਿਜੇ ਰਾਜ ਇੱਕ ਸ਼ਕਤੀਸ਼ਾਲੀ ਸਮੁੰਦਰੀ ਅਤੇ ਵਪਾਰਕ ਸ਼ਕਤੀ ਵਜੋਂ ਵਿਕਸਿਤ ਹੋਇਆ। ਸ਼੍ਰੀ ਵਿਜੇ ਰਾਜ। ਠੀਕ ਹੈ ਜੀ। ਇਹ ਵੀ ਇੱਕ ਸਾਮਰਾਜ ਸੀ ਉੱਥੇ, ਜਿਸ ਨੂੰ ਸ਼ੈਲੇਂਦਰ ਸਾਮਰਾਜ ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਬਾਅਦ ਵਿੱਚ ਸ਼ੈਲੇਂਦਰ ਸਾਮਰਾਜ ਵੱਲੋਂ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਇਹਨਾਂ ਨੇ ਜਾਵਾ, ਬਾਲੀ, ਬਰੂਨੇਈ, ਬੋਰਨੀਓ ਅਤੇ ਕੰਬੋਡੀਆ ਦੇ ਗਵਾਂਢੀ ਟਾਪੂਆਂ ਉੱਤੇ ਆਪਣਾ ਪ੍ਰਭਾਵ ਵਧਾਇਆ, ਆਪਣਾ ਸਾਮਰਾਜ ਹੋਰ ਵਿਸਥਾਰ ਕਰ ਲਿਆ। ਸ਼ੈਲੇਂਦਰ ਸ਼ਾਸਕ ਮਹਾਯਾਨ ਬੋਧੀ ਸਨ। ਮਹਾਯਾਨ ਬੋਧੀ ਯਾਦ ਕਰੋ, ਅਸੀਂ ਪੜ੍ਹਿਆ ਜਿਹੜਾ ਕਨਿਸ਼ਕ ਦੁਆਰਾ ਹੋਂਦ ਵਿੱਚ, ਕਨਿਸ਼ਕ ਨੇ ਟਾਈਮ ਵਿੱਚ ਇਹ ਹੋਂਦ ਵਿੱਚ ਆ ਗਿਆ ਸੀ ਫੁੱਲ ਵਟਾ ਫੁੱਲ। ਇਸ ਵਿੱਚ ਬੁੱਧ ਦੀ ਪੂਜਾ ਹੋਣ ਲੱਗ ਗਈ ਸੀ ਅਤੇ ਉਹਨਾਂ ਨੇ ਬੰਗਾਲ ਦੇ ਪਾਲਾਂ ਅਤੇ ਤਮਿਲਨਾਡੂ ਦੇ ਚੋਲਾਂ ਦੇ ਭਾਰਤੀ ਰਾਜਾਂ ਨਾਲ ਚੰਗੇ ਸੰਬੰਧ ਬਣਾਏ ਰੱਖੇ ਸਨ। ਬੰਗਾਲ ਦੇ ਪਾਲ ਰਾਜ ਅਤੇ ਤਮਿਲਨਾਡੂ ਦੇ ਚੋਲ, ਇਹਨਾਂ ਦੇ ਆਪਸੀ ਸੰਬੰਧ ਅੱਛੇ ਸੀ। ਠੀਕ। ਰਾਜਾ ਚੋਲ ਨੇ ਸ਼ੈਲੇਂਦਰ ਰਾਜਾ ਮਾਲ ਵਿਜੇ ਯੋਤੁੰਗ ਬਰਮਨ ਨੂੰ ਨਾਗਪਟਿਨਮ ਵਿਖੇ ਇੱਕ ਬੋਧੀ ਮੱਠ ਬਣਾਉਣ ਦੀ ਇਜਾਜ਼ਤ ਦਿੱਤੀ ਸੀ। ਉਹਨਾਂ ਦੇ ਰਾਜੇ ਨੇ ਕਿਹਾ ਕਿ ਅਸੀਂ ਇੱਥੇ ਇੱਕ ਬੋਧੀ ਮੱਠ ਬਣਾਉਣਾ ਆ, ਤਾਂ ਸਾਡੇ ਭਾਰਤੀ ਰਾਜੇ ਨੇ ਰਾਜਾ ਚੋਲ ਨੇ ਤਮਿਲਨਾਡੂ ਦਾ ਸੀ ਜੋ ਉਹਨੂੰ ਆਗਿਆ ਦੇ ਦਿੱਤੀ ਸੀ ਵੀ ਬਣਾ ਲਓ। ਇਹਨਾਂ ਦੇ ਆਪਸੀ ਸੰਬੰਧ ਬੜੇ ਠੀਕ ਠਾਕ ਸਨ। ਉਸ ਦੇ ਪੁੱਤਰ ਰਾਜੇਂਦਰ ਨੇ ਕੁਝ ਸਮੇਂ ਲਈ ਸ਼ੈਲੇਂਦਰ ਰਾਜ ਨੂੰ ਜਿੱਤ ਲਿਆ ਸੀ। ਇਹ ਵੀ ਅਸੀਂ ਪੜ੍ਹਿਆ ਕਿ ਕੁਝ ਸਮੇਂ ਲਈ ਰਾਜੇਂਦਰ ਚੋਲ ਨੇ ਸ਼ੈਲੇਂਦਰ ਰਾਜ ਨੂੰ ਜਿੱਤ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਬਾਅਦ ਵਿੱਚ ਉਹ ਆਜ਼ਾਦ ਹੋ ਗਏ ਸਨ, ਪਰ ਇਹ ਸਿਰਫ ਅਸਥਾਈ ਸੀ, ਕੁਝ ਸਮੇਂ ਲਈ ਸੀ। ਠੀਕ। ਸ਼ੈਲੇਂਦਰ ਸਾਮਰਾਜ 11ਵੀਂ ਸਦੀ ਈਸਵੀ ਤੱਕ ਵੀ ਬਰਕਰਾਰ ਰਿਹਾ। ਠੀਕ ਹੈ ਜੀ। 11ਵੀਂ ਸਦੀ ਤੱਕ ਚੱਲਿਆ। ਇਹਨਾਂ ਤੁਸੀਂ ਜ਼ਿਆਦਾ ਰੱਟੇ ਨਹੀਂ ਮਾਰਨੇ, ਪੜ੍ਹ ਲੈਣਾ, ਮੇਨ ਗੱਲ ਚੱਕ ਲੈਣੀ। ਇੰਡੋ ਜਾਵਾ ਕਲਾ ਦਾ ਸਭ ਤੋਂ ਵੱਡਾ ਸਮਾਰਕ ਬੋਰੋਬੁਦਰ ਹੈ। ਆਹ ਦੇਖੋ ਜੀ, ਇਹ ਬੁੱਧਾ ਨਾਲ ਸੰਬੰਧਿਤ ਆ। ਬੀ ਤੋਂ ਬੁੱਧਾ, ਬੀ ਤੋਂ ਬੋਰੋਬੁਦਰ। ਇਹ ਇੱਕ ਮੋਨੂਮੈਂਟ ਆ ਜੀ, ਸਮਾਰਕ ਆ ਜੀ। ਜੇ ਕਲਾ ਦੀ ਗੱਲ ਕਰੀਏ ਤਾਂ ਕਲਾ ਦੇ ਐਂਗਲ ਤੋਂ ਇਹ ਬਹੁਤ ਵੱਡਾ ਸਮਾਰਕ ਹੈ ਜੀ। ਇਹ ਵੱਡਾ ਆ, ਇਹਦੀ ਕਾਫੀ ਖੂਬੀ ਵੀ ਆ ਤੇ ਕਲਾ ਪੱਖ ਤੋਂ ਵੀ ਕਾਫੀ ਹੈ ਮਹੱਤਵਪੂਰਨ। ਉਹ ਕੀ ਹੈ ਜੀ? ਬੋਰੋਬੁਦਰ। ਬੀ ਤੋਂ ਬੁੱਧਾ, ਬੇ ਤੋਂ ਬੋਰੋਬੁਦਰ, ਜੋ 750 ਤੋਂ 850 ਈਸਵੀ ਦੌਰਾਨ ਸ਼ੈਲੇਂਦਰਾਂ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਸੀ। ਸ਼ੈਲੇਂਦਰ ਰਾਜੇ ਸੀ ਇੱਥੋਂ ਦੇ ਜਿਹੜੇ, ਉਹਨਾਂ ਨੇ ਇਹ ਸਮਾਰਕ ਦਾ ਨਿਰਮਾਣ ਕੀਤਾ। ਠੀਕ ਹੈ ਜੀ। ਆਹ ਬੋਰੋਬੁਦਰ ਦੇਖ ਲਓ ਜੀ,
इस तरह आ, किड्डा वड्डा आ। ये उपरों फोटो ले गई आ देखो, एक मंजिल, दूसरी, तीसरी, चौथी, पंजवीं, इदा ना करते करते किन्नियां आ, 8-9 आ शायद। हाँ, तो उत्ते की एक सेंटर च स्तूप आ। ठीक है जी। ये एक पहाड़ी की शिखर ते स्थित है। इस विच 9 छत्तां हन। हाँ, 9 स्टोरियां हैं, 9 छत्तां हन। सब तो उपरली छत के केंद्र विच एक घंटी के आकार का स्तूप है। सब तो उपर सेंटर विच की आ, एक बैल टाइप, बैल की शेप वाला की आ स्तूप आ। सेंटर विच की आ, सब तो उपर स्तूप आ। ठीक है जी। छत्तां विच खुलियां गैलरियां हन। बुद्ध के जीवन दीयां ਵੱਖ-ਵੱਖ घटनावां ਨੂੰ ਦਰਸਾਉਂਦੀਆਂ ਹੋਈਆਂ पत्थर ਨੂੰ ਤਰਾਸ਼ ਕੇ ਬਣਾਏ ਗਏ ਆ ਕਿੰਨੇ 2000 चित्र ਹਨ। 2000 ਕਾਫੀ ਹੁੰਦੇ ਆ ਜੀ। ਹਰੇਕ ਗੈਲਰੀ ਵਿੱਚ ਭਗਵਾਨ ਬੁੱਧ ਦੇ ਜੀਵਨ ਨੂੰ ਦਰਸਾਉਂਦੀਆਂ ਹੋਈਆਂ ਜੋ ਘਟਨਾਵਾਂ ਆ ਉਹ ਦ੍ਰਿਸ਼ ਇੱਥੇ ਬਥੇ ਆ। ਬੋਧੋਬੁੱਧ ਨੂੰ ਪੱਥਰ ਵਿੱਚ ਇੱਕ ਮਹਾਕਾਵ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਪੱਥਰ ਦੇ ਵਿੱਚ ਇਹਨਾਂ ਨੇ 2000 ਚਿੱਤਰ ਬਣਾਤੇ, ਤਾਂ ਉਹ 2000 ਚਿੱਤਰ ਆਪਣੇ ਆਪ ਵਿੱਚ ਕੀ ਆ, ਬਹੁਤ ਜ਼ਿਆਦਾ ਇਤਿਹਾਸ ਬਿਆਨ ਕਰਦੇ ਆ, ਜਾਣਕਾਰੀ ਪ੍ਰਦਾਨ ਕਰਦੇ ਆ, ਕਹਾਣੀਆਂ ਬਾਰੇ ਸਾਨੂੰ ਗੱਲਾਂ ਦੱਸਦੇ ਆ। ਇਤਿਹਾਸ ਤਾਂ ਨਹੀਂ ਕਵਾਂਗੇ, ਬੁੱਧ ਦੀਆਂ ਜੀਵਨ ਦੀਆਂ ਘਟਨਾਵਾਂ ਬਾਰੇ ਅਲੱਗ-ਅਲੱਗ ਜਾਣਕਾਰੀ ਦੱਸਦੇ ਆ ਜੀ 2000 ਚਿੱਤਰ, ਤੇ ਇਸ ਕਰਕੇ ਇਹਨੂੰ ਮਹਾਕਾਵ ਵੀ ਕਹਿ ਦਿੰਦੇ ਆ। ਇੰਨੀ ਜਾਣਕਾਰੀ ਦੇ ਰਿਹਾ ਸਾਨੂੰ। ਇਹ ਦੁਨੀਆ ਦਾ ਸਭ ਤੋਂ ਸ਼ਾਨਦਾਰ ਬੋਧੀ ਸਤੂਪ ਹੈ। ਠੀਕ ਹੈ ਜੀ। ਭਾਰਤੀ ਕਲਾ ਅਤੇ ਸਾਹਿਤ ਜਿੰਨਾ ਜਾਵਾ ਵਿੱਚ ਪ੍ਰਚਲਿਤ ਹੋਇਆ, ਜਿੰਨਾ ਜਾਵਾ ਵਿੱਚ ਪ੍ਰਫੁੱਲਿਤ ਹੋਇਆ, ਉਹਨਾਂ ਸ਼ਾਇਦ ਹੀ ਕਿਤੇ ਹੋਰ ਹੋਇਆ ਹੋਵੇਗਾ। ਠੀਕ ਹੈ ਜੀ। ਜਾਵਾ ਵਿੱਚ ਕਾਫੀ ਜ਼ਿਆਦਾ ਸਾਡਾ ਕਲਚਰ ਦੇਖਣ ਨੂੰ ਮਿਲਦਾ ਆ। ਹੁਣ ਤੁਸੀਂ ਕਹੋਗੇ ਸਰ ਅਫਗਾਨਿਸਤਾਨ ਵਿੱਚ ਵੀ ਤਾਂ ਮਿਲਦਾ ਹੀ ਆ। ਹੁਣ ਅਫਗਾਨਿਸਤਾਨ ਵਾਲਾ ਭਾਰਤ ਦਾ ਹੀ ਹਿੱਸਾ ਸੀ, ਇਸ ਲਈ ਆਪਾਂ ਉਹਨੂੰ ਅਲੱਗ ਤੌਰ 'ਤੇ ਨਹੀਂ ਗਿਣਦੇ। ਮੇਨ ਇੰਡੀਅਨ ਸਬ ਕੰਟੀਨੈਂਟ ਤੋਂ ਇਲਾਵਾ ਸਾਡਾ ਕਲਚਰ ਸਭ ਤੋਂ ਜ਼ਿਆਦਾ ਜਾਵਾ ਟਾਪੂਆਂ 'ਤੇ ਮਿਲਦਾ ਜੀ। ਅਜੇ ਵੀ ਜਾਵਾ ਵਿੱਚ ਸੈਂਕੜੇ ਮੰਦਰਾਂ ਅਤੇ ਸੰਸਕ੍ਰਿਤ ਭਾਸ਼ਾ ਉੱਤੇ ਆਧਾਰਿਤ ਹੱਥ ਲਿਖਤਾਂ ਦੇ ਖੰਡਰ ਮਿਲਦੇ ਹਨ। ਅੱਜ ਵੀ ਉੱਥੇ ਕਿੰਨੇ ਹੀ ਮੰਦਰ ਆ ਇੰਡੀਅਨ ਸਟਾਈਲ ਦੇ, ਤੇ ਸੰਸਕ੍ਰਿਤ ਭਾਸ਼ਾ ਦੇ ਉੱਤੇ ਆਧਾਰਿਤ ਹੱਥ ਲਿਖਤਾਂ ਵੀ ਮੌਜੂਦ ਹਨ। ਖੰਡਰ ਮਿਲਦੇ ਹਨ ਦਾ ਭਾਵਨਾ ਮਤਲਬ ਵੀ ਉਹ ਬਹੁਤ ਹੁਣ ਪੁਰਾਣੇ ਹੋ ਗਏ ਆ। ਆਪਾਂ ਜਦੋਂ ਖੁਦਾਈ ਵਗੈਰਾ ਕਰਦੇ ਹਾਂ ਜਾਂ ਆਪਾਂ ਜੰਗਲਾਂ ਵਿੱਚ ਜਾਂ ਵੈਸੇ ਪਹਾੜਾਂ ਵਿੱਚ ਸਰਚ ਕਰਦੇ ਹਾਂ, ਸਾਨੂੰ ਇਸ ਤਰ੍ਹਾਂ ਦੇ ਖੰਡਰ ਮਿਲ ਜਾਂਦੇ ਆ ਜੋ ਕਿ ਭਾਰਤੀ ਸੱਭਿਆਚਾਰ ਤੋਂ ਪ੍ਰਭਾਵਿਤ ਆ। ਉਹਨਾਂ ਵਿੱਚ ਮੰਦਰ ਵੀ ਸ਼ਾਮਿਲ ਆ ਅਤੇ ਸੰਸਕ੍ਰਿਤ ਭਾਸ਼ਾ ਉੱਤੇ ਆਧਾਰਿਤ ਕਈ ਹੱਥ ਲਿਖਤਾਂ ਵੀ ਸ਼ਾਮਿਲ ਆ। ਇੱਥੇ ਰਾਮਾਇਣ ਅਤੇ ਮਹਾਭਾਰਤ ਵੀ ਪ੍ਰਸਿੱਧ ਸਨ, ਕਾਫੀ ਫੇਮਸ ਸੀ, ਆਮ ਜਨਤਾ ਨੂੰ ਪਤਾ ਸੀ ਰਾਮਾਇਣ ਅਤੇ ਮਹਾਭਾਰਤ ਦੇ ਕਿੱਸਿਆਂ ਬਾਰੇ। ਅਤੇ ਅੱਜ ਵੀ ਉਹਨਾਂ ਦੇ ਪ੍ਰਸਿੱਧ ਸ਼ੈਡੋ ਪਲੇ ਮਹਾਭਾਰਤ ਅਤੇ ਰਾਮਾਇਣ ਦੇ ਥੀਮ ਦੇ ਆਧਾਰ 'ਤੇ ਖੇਡੇ ਜਾਂਦੇ ਹਨ। ਮਹਾਭਾਰਤ ਅਤੇ ਰਾਮਾਇਣ ਦੇ ਥੀਮ ਦੇ ਆਧਾਰ 'ਤੇ ਹੀ ਅੱਜ ਵੀ ਉਹਨਾਂ ਦੇ ਸ਼ੈਡੋ ਪਲੇ ਅਸੀਂ ਦੇਖ ਸਕਦੇ ਹਾਂ। ਸ਼ੈਡੋ ਕੀ ਮਤਲਬ? ਪਰਛਾਵੇਂ ਵਿੱਚ ਕਠਪੁਤਲੀ ਦਾ ਖੇਲ ਖੇਲਣਾ, ਮੀਨ ਪਰਛਾਵਾਂ। ਇਸ ਤਰ੍ਹਾਂ ਕੁਛ ਕਰਦੇ ਹੋਣਗੇ ਹੱਥਾਂ ਨਾਲ ਜਾਂ ਕਿਸੇ ਹੋਰ ਡਿਜ਼ਾਈਨ ਨਾਲ ਬਣਾ ਕੇ ਮੂੰਹ ਹੈ ਨਾ, ਬੰਦੇ ਦੀ ਸ਼ਕਲ ਵਗੈਰਾ ਬਣਾ ਕੇ ਅਤੇ ਐਕਟਿੰਗ ਉਕਟਿੰਗ ਕਰਕੇ ਦੱਸਦੇ ਹੋਗੇ। ਸ਼ੈਡੋ ਪਲੇ, ਸ਼ੈਡੋ ਹੁੰਦਾ ਜੀ ਪਰਛਾਵਾਂ। ਤਾਂ ਉਹਨਾਂ ਲਈ ਥੀਮ ਰਾਮਾਇਣ ਅਤੇ ਮਹਾਭਾਰਤ ਵਿੱਚੋਂ ਲਏ ਗਏ ਹਨ। ਅੱਗੇ ਗੱਲ ਕਰਦੇ ਜੀ ਬਾਲੀ ਇੰਡੋਨੇਸ਼ੀਆ ਦੀ ਰਾਜਧਾਨੀ ਹੈ ਨਾ ਬਾਲੀ 6ਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੂ ਰਾਜਵੰਸ਼ਾਂ ਦੇ ਸ਼ਾਸਨ ਅਧੀਨ ਆਇਆ ਸੀ। ਠੀਕ ਹੈ ਜੀ। ਅੱਜ ਵੀ ਇੱਥੋਂ ਦੇ ਲੋਕ ਹਿੰਦੂ ਹਨ ਅਤੇ ਅਸੀਂ ਉੱਥੇ ਜਾਤ ਪਾਤ ਦਾ ਬੋਲਬਾਲਾ ਦੇਖ ਸਕਦੇ ਹਾਂ। ਦੇਖੋ ਭਾਰਤ ਦਾ ਇਨਫਲੂਐਂਸ ਆ ਕਿ ਉੱਥੇ ਵੀ ਜਾਤ ਪਾਤ ਦਾ ਬੋਲਬਾਲਾ ਅਸੀਂ ਦੇਖ ਸਕਦੇ ਹਾਂ। ਇੱਥੇ ਥੋੜ੍ਹੀ ਨਾ ਕਰੈਕਸ਼ਨ ਕਰੋ, ਜਿਹੜਾ ਬਾਲੀ ਆ ਨਾ, ਉਹ ਬਾਲੀ ਇੰਡੋਨੇਸ਼ੀਆ ਦੀ ਰਾਜਧਾਨੀ ਨਹੀਂ ਆ। ਇੰਡੋਨੇਸ਼ੀਆ ਦੀ ਰਾਜਧਾਨੀ ਹੈ ਜਕਾਰਤਾ। ਬਾਲੀ ਇੰਡੋਨੇਸ਼ੀਆ ਦਾ ਇੱਕ ਪ੍ਰਮੁੱਖ ਸ਼ਹਿਰ ਆ ਬਾਲੀ ਇੰਡੋਨੇਸ਼ੀਆ ਦੀ ਰਾਜਧਾਨੀ ਨਹੀਂ ਆ। ਇੰਡੋਨੇਸ਼ੀਆ ਦੀ ਰਾਜਧਾਨੀ ਹੈ ਜਕਾਰਤਾ। ਠੀਕ ਹੈ ਜੀ। ਅੱਗੇ ਗੱਲ ਕਰਦੇ ਜੀ ਮਿਆਂਮਾਰ ਦੀ। ਬਰਮਾ ਇਹਨੂੰ ਕਹਿੰਦੇ ਸੀ ਪਹਿਲਾਂ। ਭਾਰਤ ਅਤੇ ਬਰਮਾ, ਜਿਸ ਨੂੰ ਹੁਣ ਮਿਆਂਮਾਰ ਕਹਿੰਦੇ ਆ, ਇਹਨਾਂ ਵਿਚਕਾਰ ਸੱਭਿਆਚਾਰਕ ਸੰਪਰਕ ਅਸ਼ੋਕ ਦੇ ਸਮੇਂ ਤੋਂ ਹੈ, ਜਿਸ ਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਆਪਣੇ ਮਿਸ਼ਨਰੀਆਂ ਨੂੰ ਇੱਥੇ ਭੇਜਿਆ ਸੀ। ਬਰਮਾ ਵਿੱਚ ਕਈ ਹਿੰਦੂ ਰਾਜ ਮੌਜੂਦ ਸਨ। ਪਾਲੀ ਅਤੇ ਸੰਸਕ੍ਰਿਤ 13ਵੀਂ ਸਦੀ ਤੱਕ ਬਰਮਾ ਦੀਆਂ ਭਾਸ਼ਾਵਾਂ ਸਨ। ਪਾਲੀ ਅਤੇ ਸੰਸਕ੍ਰਿਤ ਇਹ ਭਾਰਤ ਦੀਆਂ ਪੁਰਾਣੀਆਂ ਭਾਸ਼ਾਵਾਂ ਆ। ਇਹ ਬਰਮਾ ਵਿੱਚ ਵੀ ਪ੍ਰਚਲਿਤ ਸਨ। ਹੀਨਯਾਨ ਅਤੇ ਮਹਾਯਾਨ ਬੁੱਧ, ਇਹ ਬੁੱਧ ਦੇ ਧਰਮ ਸੀ ਜਿਹੜੇ। ਹੀਨਯਾਨ ਅਤੇ ਮਹਾਯਾਨ ਬੁੱਧ ਧਰਮ ਦੋਵੇਂ ਬਰਮੀ ਲੋਕਾਂ ਦੁਆਰਾ ਅਪਣਾਏ ਗਏ ਸਨ। ਉੱਥੇ ਹੀਨਯਾਨ ਵੀ ਆ ਅਤੇ ਮਹਾਯਾਨ ਦੋਨੋਂ ਬੁੱਧ ਧਰਮ
ਜਿਹੜੀ ਹੈ ਸ਼ਾਖਾਵਾਂ ਬੁੱਧ ਧਰਮ ਦੀਆਂ ਉੱਥੇ ਪ੍ਰਚਲਿਤ ਆ। ਇਸ ਤਰ੍ਹਾਂ ਤਕਰੀਬਨ 1500 ਸਾਲ ਤੱਕ ਹਿੰਦੂ ਰਾਜੇ ਮਲय ਦੀਪ ਸਮੂਹ ਦੇ ਬਹੁਤ ਸਾਰੇ ਟਾਪੂਆਂ ਅਤੇ ਭਾਰਤ ਚੀਨ ਪ੍ਰਾਇਦੀਪ ਉੱਤੇ ਰਾਜ ਕਰਦੇ ਰਹੇ। ਠੀਕ ਹੈ ਜੀ। ਅਤੇ ਭਾਰਤੀ ਧਰਮਾਂ ਅਤੇ ਭਾਰਤੀ ਸੰਸਕ੍ਰਿਤੀ ਨੇ ਇਹਨਾਂ ਖੇਤਰਾਂ ਦੇ ਨਿਵਾਸੀਆਂ ਉੱਤੇ ਆਪਣਾ ਪ੍ਰਭਾਵ ਪਾਇਆ। ਇਹ ਥੋੜ੍ਹੀ ਜਿਹੀ ਕਨਕਲੂਜਨ ਕਰਦੇ ਤੁਸੀਂ। ਇਸ ਨਾਲ ਲੈਕਚਰ ਨੂੰ ਤੁਸੀਂ ਵਾਰ-ਵਾਰ ਦੇਖ ਲੈਣਾ ਆ, ਸਮਝ ਲੈਣਾ ਆ, ਬਹੁਤੇ ਜ਼ਿਆਦਾ ਰੱਟੇ ਵੀ ਨਹੀਂ ਮਾਰਨੇ ਅਤੇ ਪ੍ਰੀ ਲਈ ਕੁਛ ਗੱਲਾਂ ਚੱਕ ਲੈਣੀਆਂ ਆ ਸਮਝ ਕੇ, ਜਿਸ ਤਰ੍ਹਾਂ ਬੀ ਤੋਂ ਬੋਰੋਬੁਦਰ, ਬੀ ਤੋਂ ਬੁੱਧਿਸਟ। ਠੀਕ ਹੈ। ਅਤੇ ਅੰਗਕੋਰ ਵਟ ਹੁੰਦਾ ਜੀ ਟੈਂਪਲ, ਤਾਂ ਫਿਰ ਉਹ ਹਿੰਦੂ ਟੈਂਪਲ ਆ ਅੰਗਕੋਰ ਵਟ ਟੈਂਪਲ। ਅਤੇ ਕਿਹੜਾ ਕਲਚਰ ਇਨਫਲੂਐਂਸ ਆ ਉਹ ਤੁਸੀਂ ਪੜ੍ਹ ਲੈਣਾ ਜੀ। ਅਤੇ ਅੱਜ ਲਈ ਇੰਨਾ ਹੀ ਰੱਖਦੇ ਹਾਂ। ਅਗਲੀ ਕਲਾਸ 'ਚ ਨਵਾਂ ਚੈਪਟਰ ਲੈ ਕੇ ਆਵਾਂਗੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।